my dear students, this is Kiran Matharu. I am working as SST Mistress at Government Middle School Kasimpushina of District Mansa. As you know, we have already completed our first part, class number 1, and today we are going to start next part 2 of lesson number 1. So get ready. So start with the satellite. हाँ जी, satellite की हुंदा उपग्रह है ना. These are those small gaseous or solid heavenly bodies that move around the planets. हाँ जी, हुण ये सारियां जिहड़ियां हुंदे सैटेलाइट्स हुंदे उपग्रह हुंदे आ, ये छोटे छोटे गैसिक जां जिहड़े सॉलिड है ना, ठोस खगोली पिंड जां आकाशी गोले हुंदे आ जिहड़े कि प्लैनेट्स दे आले दुआले घुमदे आ. These are called satellites ते इन्हां नूं आपां की कह दिंदे आ, satellites. Like planets, satellites also have no light or heat of their own. हाँ जी, जिस तरीके नाल प्लैनेट्स जिहड़े हुंदे आ उन्हां दी अपनी लाइट नहीं हुंदी है ना, अपनी हीट नहीं हुंदी. इसे तरह जिहड़े सैटेलाइट हुंदे आ, उपग्रह हुंदे, उन्हां दी भी अपनी रोशनी ते अपनी गर्मी नहीं हुंदी. The moon is the only satellite of our earth. ते जिहड़ा मून आ ਉਹ अपनी धरती ਦਾ ਇੱਕੋ ਇੱਕ सिर्फ एक सैटेलाइट है. ठीक है. Similarly, there are 64 satellites including moon of solar system. ਤੇ ਇਸੇ ਤਰ੍ਹਾਂ ਸਾਰੇ solar system ਦੇ ਵਿੱਚ moon ਨੂੰ ਮਿਲਾ ਕੇ 64 satellites ਹੈਗੇ ਆ. ठीक है, total. After investigating the table 1.1, you will find that Mercury and Venus do not have any satellite. हाँ जी, ਆਪਾਂ ਪਹਿਲਾਂ ਪਿਛਲੇ ਪਾਰਟ ਦੇ ਵਿੱਚ ਪਾਰਟ 1 ਚ ਟੇਬਲ ਦੇਖਿਆ ਸੀ ਇੱਕ 1.1. ਉਹਦੇ ਚੋਂ ਆਪਾਂ ਦੇਖਣ ਤੋਂ ਬਾਅਦ ਆਪਾਂ ਨੂੰ ਪਤਾ ਲੱਗਿਆ ਕਿ ਜਿਹੜਾ ਮਰਕਰੀ ਤੇ ਵੀਨਸ ਆ ਹੈ ਨਾ, ਇਹਨਾਂ ਦੋਨਾਂ ਦਾ ਕੋਈ ਵੀ ਸੈਟੇਲਾਈਟ ਨਹੀਂ ਹੈਗਾ. These satellites also revolve around the sun while moving around their planet. हाँ जी, ਜਿਹੜੇ ਸੈਟੇਲਾਈਟ ਹੁੰਦੇ ਆ ਇਹ ਸਨ ਦੇ ਇਰਦ ਗਿਰਦ ਰਿਵੋਲਵ ਕਰਦੇ ਆ, ਚੱਕਰ ਲਗਾਉਂਦੇ ਆ ਤੇ ਨਾਲ ਹੀ ਆਪਣੇ ਪਲੈਨਟ ਦੇ ਆਲੇ ਦੁਆਲੇ ਵੀ ਘੁੰਮਦੇ ਆ. ਠੀਕ ਹੈ. हाँ जी, ਫਿਗਰ 1.2 द मून मूविंग अराउंड द सन. हाँ जी, ਹੁਣ ਆ ਪਿਕਚਰ ਹੈ ਜਿਹੜੀ ਦੇਖ ਰਹੇ ਹੋ ਤੁਸੀਂ, ਇਹ ਅਰਥ ਦੀ ਪਿਕਚਰ ਹੈ. ਠੀਕ ਹੈ, ਬਲੂ ਕਲਰ ਵਾਲੀ. ਠੀਕ ਹੈ, ਅਰਥ ਪਿਕਚਰ ਹੈ ਇਹ. ਤੇ ਜਿਹੜਾ ਸਾਈਡ ਤੇ ਆ ਇਹ ਕੀ ਆ, ਮੂਨ. ਹੁਣ ਇਹ ਮੂਨ ਜਿਹੜਾ ਆ ਇਹ ਆਪਣੀ ਅਰਥ ਦੇ ਆਲੇ ਦੁਆਲੇ ਕੀ ਕਰਦਾ, ਰਿਵੋਲਵ ਕਰਦਾ, ਚੱਕਰ ਲਗਾਉਂਦਾ ਇਹ ਇੱਕ. ਠੀਕ ਹੈ. ਮੂਨ ਇਜ਼ ਦਾ ਸੈਟੇਲਾਈਟ ਆਫ ਦਾ ਅਰਥ ਐਂਡ ਇਜ਼ ਨੀਅਰੈਸਟ ਸੈਲੈਸਟੀਅਲ ਬੋਡੀ. ਹੁਣ ਜਿਹੜਾ ਮੂਨ ਹੈ ਨਾ, ਉਹ ਆਪਣੀ ਧਰਤੀ ਦਾ ਇੱਕ ਉਪਗ੍ਰਹਿ ਹੈਗਾ ਤੇ ਸਭ ਤੋਂ ਨੇੜੇ ਜਿਹੜੀ ਆ ਸੈਲੈਸਟੀਅਲ ਬੋਡੀ ਆ ਇਹ. ਠੀਕ ਹੈ. ਡਿਊ ਟੂ ਗ੍ਰੈਵਿਟੇਸ਼ਨ it tends to move around the earth and also around its axis. हाँ जी, ਹੁਣ ਜਿਹੜੀ ਧਰਤੀ ਦੀ ਗੁਰੂਤਾ ਸ਼ਕਤੀ ਆ ਹੈ ਨਾ, ਉਹਦੇ ਕਰਕੇ ਇਹ ਕੀ ਕਰਦਾ ਆ, ਅਰਥ ਦੇ ਇਰਦ ਗਿਰਦ ਚੱਕਰ ਲਗਾਉਂਦਾ ਆ ਤੇ ਆਪਣੇ ਧੁਰੇ ਦੁਆਲੇ ਵੀ ਚੱਕਰ ਲਗਾਉਂਦਾ ਹੈ. It completes its cycle around the earth and axis in the same time, that is 27 days and 7 hours. हाँ जी, ਇਹ ਆਪਣਾ ਇੱਕ ਚੱਕਰ ਜਿਹੜਾ ਧਰਤੀ ਦੇ ਇਰਦ ਗਿਰਦ ਪੂਰਾ ਕਰਨ ਦੇ ਲਈ ਕਿੰਨਾ ਟਾਈਮ ਲੈਂਦਾ, 27 ਡੇਜ਼ ਦਾ. ਠੀਕ ਹੈ. ਠੀਕ ਹੈ. ਤੇ ਐਕਸਿਸ ਜਿਹੜਾ ਇਹਦਾ ਧੁਰਾ ਉਹਦੇ ਦੁਆਲੇ ਘੁੰਮਣ ਦੇ ਲਈ ਇਹਨੂੰ ਕਿੰਨਾ ਟਾਈਮ ਲੱਗਦਾ, 7 ਆਵਰਸ. ਠੀਕ ਹੈ, 7 ਘੰਟੇ ਦਾ ਟਾਈਮ ਲੱਗਦਾ. ਦ ਮੂਨ ਇਜ਼ ਅਬਾਊਟ 3,84,000 ਕਿਲੋਮੀਟਰ ਅਵੇ ਫਰੋਮ ਦਾ ਅਰਥ ਐਂਡ ਇਟ ਲੁਕਸ ਵੈਰੀ ਸਮੋਲ. ਹੁਣ ਜਿਹੜਾ ਮੂਨ ਆ ਇਹ ਆਪਣੀ ਧਰਤੀ ਤੋਂ ਕਿੰਨਾ ਦੂਰ ਆ, 3,84,000 ਕਿਲੋਮੀਟਰ. ਠੀਕ ਹੈ. ਤੇ ਇਸੇ ਕਰਕੇ ਇਹ ਆਪਾਂ ਨੂੰ ਛੋਟਾ ਦਿਖਾਈ ਦਿੰਦਾ ਆ. Nobody is certain how the moon was formed. ਹਾਂਜੀ, ਕਿ ਮੂਨ ਜਿਹੜਾ ਹੈ ਉਹਦੀ ਉਤਪਤੀ ਕਿਸ ਤਰੀਕੇ ਨਾਲ ਹੋਈ ਸੀ, ਇਹਦੇ ਲਈ ਜਿਹੜੇ ਖੋਜੀ ਹੋਏ ਆ ਪਹਿਲਾਂ ਦੇ ਹੈ ਨਾ, ਖੋਜ ਕਰਤਾ ਹੋਏ, ਉਹਨਾਂ ਦੇ ਵਿਊਜ਼ ਜਿਹੜੇ ਆ ਉਹ ਅਲੱਗ-ਅਲੱਗ ਰਹੇ ਆ ਹੁਣ ਤੱਕ. Earlier people used to believe that it was a part of the earth. ਤੇ ਪੁਰਾਣੇ ਸਮੇਂ ਜਿਹੜੇ ਪਹਿਲਾਂ ਦੇ ਲੋਕ ਹੋਏ ਆ ਉਹ ਸੋਚਦੇ ਸੀ ਕਿ ਜਿਹੜਾ ਧਰਤੀ ਦਾ ਇੱਕ ਹਿੱਸਾ ਹੀ ਆ ਚੰਦਰਮਾ. ਠੀਕ ਹੈ. ਬਟ ਵੈਨ ਐਸਟਰੋਨਰਸ ਵੈਂਟ ਟੂ ਦ ਮੂਨ ਦੇ ਬਰੋਟ ਰੌਕ ਸੈਂਪਲਸ. ਪਰ ਜਦੋਂ ਜਿਹੜੇ ਐਸਟਰੋਨੌਟ ਸੀਗੇ, ਜਦੋਂ ਵੀ ਉਹ ਮੂਨ 'ਤੇ ਗਏ ਪਹਿਲਾਂ ਵਿਗਿਆਨੀ ਹੈ ਨਾ, ਜਾਂ ਪੁਲਾੜ ਯਾਤਰੀ ਕਹਿ ਸਕਦੇ ਹੋ ਤੁਸੀਂ, ਅਤੇ ਉਹਨਾਂ ਨੇ ਉੱਥੋਂ ਕੀ ਕੀਤਾ, ਉਹ ਮੂਨ ਤੋਂ
ਰੌਕ ਸੈਂਪਲਸ ਲੈ ਕੇ ਆਏ, ਮਤਲਬ ਉੱਥੋਂ ਦੀਆਂ ਜਿਹੜੀਆਂ ਚਟਾਨਾਂ ਦੇ ਨਮੂਨੇ ਸੀ ਹੈ ਨਾ, ਜੋ ਵੀ ਕੁਛ ਉੱਥੋਂ ਉਹਨਾਂ ਨੂੰ ਮਿਲਿਆ ਉਹ ਲੈ ਆਏ ਨੀਚੇ। ਦੋਜ਼ ਰੌਕ ਸੈਂਪਲਸ ਔਨ ਐਗਜ਼ਾਮੀਨੇਸ਼ਨ ਹੈਵ ਪ੍ਰੂਵਡ ਦਿਸ ਥਿਊਰੀ ਰੋਂਗ। ਅਤੇ ਉਹ ਜਿਹੜੀ ਸੈਂਪਲ ਸੀਗੇ ਜਦੋਂ ਉਹਦੀ ਐਗਜ਼ਾਮੀਨੇਸ਼ਨ ਕੀਤੀ ਗਈ ਹੈ ਨਾ, ਉਹਨੂੰ ਚੈੱਕ ਕੀਤਾ ਗਿਆ ਤਾਂ ਤੋਂ ਇਹ ਸਾਬਿਤ ਹੋਇਆ ਕਿ ਇਹ ਜਿਹੜੀ ਥਿਊਰੀ ਆ, ਇਹ ਧਾਰਨਾ ਇਹ ਗਲਤ ਆ। ਦੇਅਰਫੋਰ ਦ ਮੂਨ ਇਜ਼ ਨੋਟ ਅ ਪਾਰਟ ਆਫ ਦ ਅਰਥ। ਠੀਕ ਹੈ, ਅਤੇ ਹੁਣ ਇਹੀ ਸਮਝਿਆ ਜਾਂਦਾ ਕਿ ਜਿਹੜਾ ਮੂਨ ਆ ਉਹ ਧਰਤੀ ਦਾ ਹਿੱਸਾ ਨਹੀਂ ਹੈਗਾ। ਪਰਹੈਪਸ ਦ ਮੂਨ ਵਾਜ਼ ਫੋਰਮਡ ਡਿਊਰਿੰਗ ਦ ਸੇਮ ਟਾਈਮ ਐਜ਼ ਦ ਅਰਥ। ਅਤੇ ਸ਼ਾਇਦ ਇਹ ਜ਼ਰੂਰ ਮੰਨਿਆ ਜਾਂਦਾ, ਠੀਕ ਹੈ, ਕਿ ਜਿਹੜਾ ਮੂਨ ਆ ਅਤੇ ਜਿਹੜੀ ਅਰਥ ਆ, ਇਹ ਦੋਨਾਂ ਜਿਹੜੀ ਫੋਰਮੇਸ਼ਨ ਹੈ, ਇਹਨਾਂ ਦੀ ਉਤਪਤੀ ਆ, ਉਹ ਇੱਕੋ ਹੀ ਸਮੇਂ ਦੇ ਵਿੱਚ ਹੋਈ ਸੀ। ਠੀਕ ਹੈ। ਅੰਡਰ ਦ ਅਪੋਲੋ ਪ੍ਰੋਜੈਕਟ ਨਾਓ ਵੀ ਨੋ ਮੋਰ ਅਬਾਊਟ ਦ ਮੂਨ ਦੈਨ ਐਨੀ ਅਦਰ ਹੈਵਨਲੀ ਬੋਡੀਜ਼। ਹਾਂਜੀ, ਜਦੋਂ ਦਾ ਅਪੋਲੋ ਪ੍ਰੋਜੈਕਟ ਜਿਹੜਾ ਸੀ ਲਾਂਚ ਹੋਇਆ ਸੀ, ਉਸ ਤੋਂ ਬਾਅਦ ਸਾਨੂੰ ਮੂਨ ਦੇ ਵਿੱਚ ਬਾਰੇ ਸਾਰੀਆਂ ਹੈਵਨਲੀ ਬੋਡੀਜ਼ ਜਿੰਨੀਆਂ ਵੀ ਹੈਗੀਆਂ, ਸਭ ਤੋਂ ਵੱਧ ਸਾਨੂੰ ਮੂਨ ਦੇ ਬਾਰੇ ਪਤਾ ਚੱਲਿਆ। ਨੀਲ ਆਰਮਸਟਰੋਂਗ ਐਂਡ ਐਡਵਿਨ ਐਲਡਰਿਨ ਸੈਟ ਫੁੱਟ ਔਨ ਦ ਮੂਨ ਔਨ July 21st, 1969 for the first time and they found uplands and valleys। ਸਭ ਤੋਂ ਪਹਿਲਾਂ ਨੀਲ ਆਰਮਸਟਰੋਂਗ ਅਤੇ ਐਡਵਿਨ ਐਲਡਰਿਨ ਜਿਹੜੇ ਸੀ, ਉਹਨਾਂ ਨੇ ਜੁਲਾਈ 21, 1969 ਨੂੰ ਚੰਦ ਦੇ ਉੱਪਰ ਪਹਿਲੀ ਵਾਰੀ ਕੀ ਰੱਖਿਆ ਸੀ, ਆਪਣਾ ਪੈਰ ਰੱਖਿਆ ਸੀ। ਠੀਕ ਹੈ, ਸਭ ਤੋਂ ਪਹਿਲਾਂ ਉਹ ਗਏ ਸੀ ਅਤੇ ਉੱਥੇ ਉਹਨਾਂ ਨੇ ਦੇਖਿਆ ਸੀ ਕਿ ਉੱਥੇ ਵੀ ਪਹਾੜ ਅਤੇ ਘਾਟੀਆਂ ਹੈਗੀਆਂ। ਠੀਕ ਹੈ, ਮੂਨ ਦੇ ਉੱਪਰ। ਦ ਮੂਨ ਫੋਟੋਗ੍ਰਾਫ ਟੇਕਨ ਫਰੋਮ ਦ ਸਪੇਸ। ਹਾਂਜੀ, ਹੁਣ ਉੱਪਰੋਂ ਸਪੇਸ ਦੇ ਵਿੱਚੋਂ ਆਹ ਮੂਨ ਦੀ ਜਿਹੜੀ ਪਿਕਚਰ ਆ ਉਹ ਲਈ ਗਈ ਆ। ਠੀਕ ਹੈ। Like our Earth, the moon too is not a glowing body. It also glows due to the reflection of sunlight. ਹਾਂਜੀ, ਹੁਣ ਜਿਸ ਤਰ੍ਹਾਂ ਆਪਣੀ ਧਰਤੀ ਆ, ਉਸੇ ਤਰੀਕੇ ਨਾਲ ਜਿਹੜਾ ਮੂਨ ਆ, ਚੰਦਰਮਾ ਆ, ਉਹਦੀ ਵੀ ਜਿਹੜੀ ਬੋਡੀ ਆ, ਠੀਕ ਹੈ, ਉਹ ਵੀ ਗਲੋਇੰਗ ਨਹੀਂ ਹੈਗੀ। ਅਤੇ ਉਹਦੇ 'ਚ ਜਿਹੜੀ ਰੋਸ਼ਨੀ ਆ ਉਹ ਕਾਹਦੇ ਨਾਲ ਦਿਖਾਈ ਦਿੰਦੀ ਆ, ਉਹ ਵੀ ਸੂਰਜ ਦੀ ਰੋਸ਼ਨੀ ਜਦੋਂ ਉਹਦੇ ਉੱਤੇ ਰਿਫਲੈਕਟ ਕਰਦੀ ਆ, ਹੈ ਨਾ, ਉਸ ਤੋਂ ਬਾਅਦ ਹੀ ਉਹ ਚਮਕਦਾ ਦਿਖਾਈ ਦਿੰਦਾ ਆ। As the moon revolves around the earth, its position in relation with the sun changes every day। ਹਾਂਜੀ, ਜਦੋਂ ਹੁਣ ਮੂਨ ਜਿਹੜਾ ਚੰਦਰਮਾ ਆ, ਉਹ ਧਰਤੀ ਦੇ ਦੁਆਲੇ ਘੁੰਮਦਾ ਹੈ ਜਦੋਂ, ਠੀਕ ਹੈ, ਅਤੇ ਉਹਦੀ ਜਿਹੜੀ ਪੋਜੀਸ਼ਨ ਹੁੰਦੀ ਆ ਸਨ ਦੇ ਨਾਲ, ਜਿਹੜੀ ਉਹਦੀ ਸਥਿਤੀ ਬਣਦੀ ਆ, ਉਹ ਚੇਂਜ ਹੁੰਦੀ ਰਹਿੰਦੀ, ਉਹ ਬਦਲਦੀ ਰਹਿੰਦੀ ਆ ਹਰ ਰੋਜ਼ ਜਦੋਂ ਉਹ ਘੁੰਮਦਾ। ਠੀਕ ਹੈ। ਦਿਸ ਇਜ਼ ਹਾਊ ਇਟ ਅਪੀਅਰਸ ਡਿਫਰੈਂਟ ਈਚ ਨਾਈਟ। ਅਤੇ ਇਸੇ ਕਰਕੇ ਉਸ ਸਥਿਤੀ ਦੇ ਆਧਾਰ 'ਤੇ ਹੀ ਜਿਹੜੀ ਉਹਦੀ ਜਿਹੜਾ ਉਹ ਸਾਈਜ਼ ਆ ਉਹਦਾ, ਹੈ ਨਾ, ਉਹ ਅਲੱਗ ਦਿਖਾਈ ਦਿੰਦਾ ਹਰ ਰਾਤ ਨੂੰ। ਇਨ ਰਿਐਲਿਟੀ ਦ ਮੂਨ ਨਾਈਦਰ ਡੀਕਰੀਜ਼ਿਜ਼ ਨੋਟ ਇਨਕਰੀਜ਼ਿਜ਼। ਠੀਕ ਹੈ, ਅਤੇ ਅਸਲ ਦੇ ਵਿੱਚ ਕੀ ਆ ਕਿ ਜਿਹੜਾ ਮੂਨ ਆ, ਨਾ ਤਾਂ ਉਹਦਾ ਸਾਈਜ਼ ਵੱਧਦਾ ਆ ਅਤੇ ਨਾ ਹੀ ਘਟਦਾ ਆ। ਠੀਕ ਹੈ, ਨਾ ਡਿਕਰੀਜ਼ ਹੁੰਦਾ ਮੀਨਸ ਨਾ ਘਟਦਾ, ਅਤੇ ਨਾ ਹੀ ਇਨਕਰੀਜ਼ ਹੁੰਦਾ, ਨਾ ਹੀ ਉਹ ਵੱਧਦਾ। ਇਟ ਇਜ਼ ਓਨਲੀ ਦ ਪੋਜੀਸ਼ਨ ਆਫ ਮੂਨ ਇਨ ਫਰੰਟ ਆਫ ਦ ਸਨ ਦੈਟ ਮੇਡ ਇਟ ਲੁੱਕ ਸਮੋਲ ਔਰ ਲਾਰਜ। ਠੀਕ ਹੈ, ਅਤੇ ਇਹ ਸਿਰਫ ਉਹਦੀ ਸਥਿਤੀ ਹੈਗੀ ਆ ਮੂਨ ਦੀ, ਜਿਹੜੀ ਕਿ ਸਨ ਦੇ ਸਾਹਮਣੇ ਜਦੋਂ ਉਹ ਆਉਂਦਾ। ਠੀਕ ਹੈ, ਅਤੇ ਉਹਦੇ ਆਧਾਰ 'ਤੇ ਹੀ ਉਹਦਾ ਸਾਈਜ਼ ਜਿਹੜਾ ਆ ਛੋਟਾ ਜਾਂ ਵੱਡਾ ਦਿਖਾਈ ਦਿੰਦਾ। ਠੀਕ ਹੈ, ਜਿਹੜਾ ਹਿੱਸਾ ਮਤਲਬ ਦੂਰ ਹੋ ਜਾਂਦਾ, ਸਨ ਦੇ ਅੱਗੇ ਆ ਜਾਂਦਾ, ਉਹ ਆਪਾਂ ਨੂੰ ਦਿਖਦਾ ਨਹੀਂ ਅਤੇ ਆਪਾਂ ਨੂੰ ਲੱਗਦਾ ਕਿ ਹੁਣ ਇਹਦਾ ਸਾਈਜ਼ ਛੋਟਾ ਹੋ ਗਿਆ। ਠੀਕ ਹੈ। ਦ ਫਾਰ ਸਾਈਡ ਆਫ ਦ ਮੂਨ ਫੇਸਿਸ ਦ ਸਨ ਇਜ਼ ਆਲਸੋ ਇਲੂਮੀਨੇਟਿਡ ਬਟ ਵੀ ਕੈਂਟ ਸੀ ਦੈਟ ਸਾਈਡ ਆਫ ਦ ਮੂਨ। ਹੁਣ ਜਿਹੜਾ ਚੰਦਰਮਾ ਦਾ ਦੂਰ ਦਾ ਹਿੱਸਾ ਹੁੰਦਾ, ਠੀਕ ਹੈ, ਜਿਹੜਾ ਸਨ ਦੇ ਵੱਲ ਨੂੰ ਜਿਹਦਾ ਫੇਸ ਹੁੰਦਾ, ਠੀਕ ਹੈ, ਉਹ ਵੀ ਰੋਸ਼ਨੀ ਉਹਦੇ 'ਚ ਵੀ ਹੁੰਦੀ ਹੈ, ਉਹ ਵੀ ਚਮਕਦਾ ਹੁੰਦਾ ਉਸ ਟਾਈਮ, ਬਟ ਆਪਾਂ ਉਹਨੂੰ ਦੇਖ ਨਹੀਂ ਸਕਦੇ। ਠੀਕ ਹੈ, ਉਸ ਸਾਈਡ ਨੂੰ ਆਪਾਂ ਮੂਨ ਦੀ ਨੂੰ ਦੇਖ ਨਹੀਂ ਸਕਦੇ। ਦਿਸ ਫੇਜ਼ ਆਫ ਮੂਨ ਇਜ਼ ਕਾਲਡ ਐਜ਼ ਨਿਊ ਮੂਨ। ਅਤੇ ਉਸ ਸਾਈਡ ਨੂੰ ਜਦੋਂ ਆਪਾਂ ਨੂੰ ਦਿਖਾਈ ਨਹੀਂ ਦਿੰਦਾ ਮੂਨ, ਠੀਕ ਹੈ, ਉਸ ਜਿਹੜੀ ਫੇਜ਼ ਹੁੰਦੀ ਆ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਆਪਾਂ ਉਹਨੂੰ ਨਿਊ ਮੂਨ ਦਾ ਨਾਮ ਦਿੰਦੇ ਹਾਂ, ਜਿਹਨੂੰ ਪੰਜਾਬੀ 'ਚ ਆਪਾਂ ਕਹਿ ਦਿੰਦੇ ਮੱਸਿਆ। ਠੀਕ ਹੈ। ਗ੍ਰੈਜੂਅਲੀ ਫਰੋਮ ਅ ਸਲਿਮ ਕ੍ਰੈਸੈਂਟ ਦ ਸ਼ੇਪ ਗਰੋਜ਼ ਟੂ ਫੁੱਲ ਮੂਨ ਇਨ 15 days। ਅਤੇ ਫਿਰ ਹੌਲੀ ਹੌਲੀ ਕੀ ਹੁੰਦਾ, ਇਹਦਾ ਜਿਹੜਾ ਸਾਈਜ਼ ਆ, ਹੈ ਨਾ, ਉਹ ਦਾਤਰੀ ਨੂੰਮਾ ਵੱਧਦਾ ਜਾਂਦਾ ਆ। ਠੀਕ ਹੈ, ਜਿਹੜੀ ਇਹਦੀ ਸ਼ੇਪ ਆ ਉਹ ਚੇਂਜ ਹੁੰਦੀ ਜਾਂਦੀ ਆ। ਠੀਕ ਹੈ, ਅਤੇ ਫਿਰ ਇਹ ਫੁੱਲ ਮੂਨ 15 ਦਿਨਾਂ ਬਾਅਦ ਫਿਰ ਇਹ ਫੁੱਲ ਮੂਨ ਬਣ ਜਾਂਦਾ ਆ। ਦਿਸ ਬ੍ਰਾਈਟ ਸਰਫੇਸ ਸਲੋਲੀ ਡਿਸਅਪੀਅਰ ਅਗੇਨ ਇਨਟੂ ਅਨਦਰ ਨਿਊ ਮੂਨ। ਫਿਰ ਇਹ ਜਿਹੜੀ ਚਮਕਦੀ ਹੋਈ ਸਰਫੇਸ ਹੁੰਦੀ, ਹੌਲੀ ਹੌਲੀ ਫਿਰ ਇਹ ਡਿਸਅਪੀਅਰ ਮੀਨਸ ਅਲੋਪ ਹੋਣੀ ਸ਼ੁਰੂ ਹੋ ਜਾਂਦੀ ਆ। ਠੀਕ ਹੈ, ਫਿਰ ਕੀ ਹੋ ਜਾਂਦਾ, ਦੁਬਾਰਾ ਤੋਂ ਫਿਰ ਮੱਸਿਆ ਆ ਜਾਂਦੀ ਆ, ਹੈ ਨਾ। ਫੁੱਲ ਮੂਨ ਨੂੰ ਆਪਾਂ ਪੂਰਨਮਾਸ਼ੀ ਕਹਿ ਦਿੰਦੇ ਹਾਂ, ਅਤੇ
ਨਿਊ ਮੂਨ ਨੂੰ ਆਪਾਂ ਪੰਜਾਬੀ 'ਚ ਮੱਸਿਆ ਕਹਿ ਦਿੰਦੇ ਹਾਂ। ਦਿਸ ਕੰਪਲੀਟ ਫੇਜ਼ ਇਜ਼ ਆਫ 29 ਡੇਜ਼ ਐਂਡ 12 ਆਵਰਸ। ਅਤੇ ਇਹ ਜਿਹੜੀ ਸਾਰੀ ਪ੍ਰਕਿਰਿਆ ਹੈਗੀ ਹੈ, ਇਹ ਫੇਜ਼ ਹੈਗੀ ਹੈ, ਇਹ 29 ਦਿਨ ਅਤੇ 12 ਘੰਟੇ ਚੱਲਦੀ ਰਹਿੰਦੀ ਹੈ, ਹੈ ਨਾ। ਫਿਗਰ 1.4 ਵੇਰੀਅਸ ਫੇਜ਼ਿਸ ਆਫ ਦ ਮੂਨ। ਹਾਂਜੀ, ਹੁਣ ਆਪਾਂ ਇਹ ਚੰਦ ਦੀਆਂ ਵੱਖ-ਵੱਖ ਜਿਹੜੀਆਂ ਸਥਿਤੀਆਂ ਆ, ਹੈ ਨਾ, ਜਿਸ ਤਰੀਕੇ ਨਾਲ ਉਹ ਆਪਾਂ ਨੂੰ ਦਿਖਾਈ ਦਿੰਦਾ ਧਰਤੀ ਤੋਂ, ਇਹ ਸਾਰੀਆਂ ਉਹਦੀਆਂ ਸ਼ੇਪਸ ਬਣੀਆਂ ਹੋਈਆਂ, ਹੈ ਨਾ। ਕਦੀ ਫੁੱਲ ਦਿਖਾਈ ਦਿੰਦਾ, ਕਦੀ ਹਾਫ ਦਿਖਾਈ ਦਿੰਦਾ, ਕਦੀ ਇੱਕ ਸਾਈਡ ਤੋਂ ਹੀ ਥੋੜ੍ਹਾ ਜਿਹਾ ਹੀ ਦਿਖਾਈ ਦਿੰਦਾ, ਹੈ ਨਾ। ਅਤੇ ਇਹ ਸਾਰੀਆਂ ਸ਼ੇਪਸ ਦੇ ਵਿੱਚ ਆਪਾਂ ਨੂੰ ਦਿਖਦਾ ਆ। ਹਾਂਜੀ, ਨੈਕਸਟ ਆ ਗਿਆ ਕੋਮੇਟਸ। ਕੋਮੇਟਸ ਕੀ ਹੁੰਦੇ ਆ? ਪੂਛਲ ਤਾਰੇ, ਹੈ ਨਾ। The comets are very strange heavenly bodies and these are different from planets। ਹੁਣ ਜਿਹੜੇ ਕੋਮੇਟਸ ਹੈਗੇ ਆ, ਪੂਛਲ ਤਾਰੇ ਆ, ਇਹ ਵੀ ਇੱਕ ਅਦਭੁਤ ਜਿਹੇ ਹੀ ਆਕਾਸ਼ੀ ਜਿਹੜੇ ਪਿੰਡ ਹੈਗੇ ਆ, ਠੀਕ ਹੈ। ਅਤੇ ਜਿਹੜੇ ਪਲੈਨਟਸ ਆ ਉਹਨਾਂ ਨਾਲੋਂ ਇਹ ਅਲੱਗ ਹੁੰਦੇ ਆ। These are the cluster of nebula, elements, gases and dust। ਅਤੇ ਇਹ ਕਾਹਦਾ ਸਮੂਹ ਹੁੰਦਾ ਆ ਅਸਲ 'ਚ? ਜਿਹੜੇ ਨੈਬੂਲਾ ਤੱਤ ਹੈਗੇ ਆ, ਜਾਂ ਗੈਸਾਂ ਹੈਗੀਆਂ, ਜਾਂ ਧੂੜ ਹੈਗੀ ਆ, ਠੀਕ ਹੈ, ਮਿੱਟੀ ਹੈਗੀ ਆ, ਉਹਦਾ ਹੀ ਸਮੂਹ ਹੁੰਦਾ ਇਹ। ਦੀਜ਼ ਅਪੀਅਰ ਲਾਈਕ ਅ ਸਟਾਰ। ਅਤੇ ਇਹ ਦਿਖਦੇ ਆਪਾਂ ਨੂੰ ਸਟਾਰ ਦੀ ਤਰ੍ਹਾਂ ਹੀ ਆ, ਠੀਕ ਹੈ। ਦੀਜ਼ ਸਟਾਰਸ ਅਪੀਅਰ ਰੇਅਰਲੀ ਬਟ ਐਕਸੀਡੈਂਟਲੀ। ਅਤੇ ਇਹ ਜਿਹੜੇ ਸਟਾਰਸ ਹੁੰਦੇ ਆ, ਇਹ ਕਦੀ ਕਦੀ ਦਿਖਾਈ ਦਿੰਦੇ ਆ, ਪਰ ਕਈ ਵਾਰੀ ਅਚਾਨਕ ਹੀ ਆਪਾਂ ਨੂੰ ਦਿਖ ਜਾਂਦੇ ਆ ਇਹ, ਠੀਕ ਹੈ। ਉਹਨਾਂ ਨੂੰ ਆਪਾਂ ਕਹਿ ਦਿੰਦੇ ਕੋਮੇਟਸ। ਦ ਕੋਮੇਟ ਇਜ਼ ਟ੍ਰੇਲਡ ਬਾਈ ਅ ਲੌਂਗ ਟੇਲ ਆਫ ਲਾਈਟ। ਜਿਹੜਾ ਕੋਮੇਟ ਹੁੰਦਾ ਉਹਦੇ ਪਿੱਛੇ ਇੱਕ ਨਾ ਲੰਬੀ ਰੋਸ਼ਨੀ ਵਾਲੀ ਪੂਛ ਹੁੰਦੀ ਆ, ਹੈ ਨਾ। ਦੈਟ ਇਜ਼ ਵਾਈ ਇਟ ਇਜ਼ ਕਾਲਡ ਅ ਟੇਲਡ ਸਟਾਰ। ਅਤੇ ਇਸੇ ਕਰਕੇ ਇਹਨੂੰ ਕੀ ਕਹਿ ਦਿੰਦੇ ਆ? ਪੂਛਲ ਤਾਰਾ, ਹੈ ਨਾ, ਟੇਲਡ ਸਟਾਰ ਕਹਿ ਦਿੰਦੇ ਆ। ਵਾਈਲ ਰਿਵੋਲਵਿੰਗ ਅਰਾਊਂਡ ਦ ਸਨ ਸਮਟਾਈਮਜ਼ ਇਟ ਕਮਜ਼ ਵੈਰੀ ਨੀਅਰ ਟੂ ਦ ਸਨ। ਅਤੇ ਜਦੋਂ ਇਹ ਸਨ ਦੇ ਇਰਦ ਗਿਰਦ ਘੁੰਮਦੇ ਆ, ਅਤੇ ਕਈ ਵਾਰੀ ਕੀ ਹੁੰਦਾ, ਇਹ ਸਨ ਦੇ ਬਿਲਕੁਲ ਨੇੜੇ ਆ ਜਾਂਦੇ ਆ। ਐਂਡ ਸਮਟਾਈਮਜ਼ ਗੋਜ਼ ਫਾਰ ਅਵੇ। ਅਤੇ ਕਈ ਵਾਰੀ ਬਹੁਤ ਦੂਰ ਚਲੇ ਜਾਂਦੇ ਆ। ਇਟਸ ਪਾਥ ਇਜ਼ ਐਲੋਂਗੇਟਿਡ ਨੈਰੋ ਲੂਪ ਲਾਈਕ। ਅਤੇ ਜਿਹੜਾ ਇਹਨਾਂ ਦਾ ਮਤਲਬ ਪਾਥ ਹੁੰਦਾ, ਹੈ ਨਾ, ਉਹ ਕੀ ਹੁੰਦਾ? ਲੰਬਾ ਹੁੰਦਾ ਅਤੇ ਘੱਟ ਘੇਰੇ ਵਾਲਾ ਹੁੰਦਾ, ਅਤੇ ਉਹਦੇ ਵਿੱਚ ਇੱਕ ਘੁੰਡੀਨੁਮਾ ਆਕਾਰ ਹੁੰਦਾ, ਉਹਦੇ 'ਚ ਇਹ ਮੁੜਿਆ ਹੋਇਆ ਹੁੰਦਾ। ਕੋਮੇਟ ਹੈਲੇ ਨੇਮਡ ਆਫਟਰ ਦ ਐਸਟਰੋਨੋਮਰ ਆਫ ਇੰਗਲੈਂਡ ਆਲਮੰਡ ਹੈਲੇ। ਅਤੇ ਜਿਹੜਾ ਕੋਮੇਟ ਹੈਲੇ ਆ, ਜਿਹਨੂੰ ਆਪਾਂ ਕਹਿ ਦਿੰਦੇ ਆ ਹੈਲੇ ਦਾ ਪੂਛਲ ਤਾਰਾ, ਹੈ ਨਾ, ਉਹਨਾਂ ਦਾ ਨਾਮ ਜਿਹੜਾ, ਉਸ ਤਾਰੇ ਦਾ ਨਾਮ ਵੀ ਇੰਗਲੈਂਡ ਦੇ ਐਸਟਰੋਨੋਮਰ ਜਿਹੜੇ ਸੀਗੇ ਆਲਮੰਡ ਹੈਲੇ, ਉਹਨਾਂ ਦੇ ਨਾਮ ਦੇ ਉੱਪਰ ਹੀ ਰੱਖਿਆ ਗਿਆ ਆ। ਦਿਸ ਸਟਾਰ ਅਪੀਅਰਸ ਆਫਟਰ ਅ ਗੈਪ ਆਫ 75 to 76 ਈਅਰਸ। ਅਤੇ ਇਹ ਜਿਹੜਾ ਸਟਾਰ ਆ, ਇਹ ਆਪਾਂ ਨੂੰ 75 ਤੋਂ 76 ਸਾਲਾਂ ਦੇ ਗੈਪ ਦੇ ਵਿੱਚ ਦਿਖਾਈ ਦਿੰਦਾ ਆ। ਇਟ ਲਾਸਟ ਅਪੀਅਰਡ ਇਨ ਦ ਸਕਾਈ ਇਨ 1986। ਅਤੇ ਪਿਛਲੀ ਵਾਰੀ ਇਹਨੂੰ ਕਦੋਂ ਦੇਖਿਆ ਗਿਆ ਸੀ? 1986 ਦੇ ਵਿੱਚ ਦੇਖਿਆ ਗਿਆ ਸੀ। ਆਹ ਦੇਖੋ, ਆਹ ਪਿਕਚਰ ਹੈਗੀ ਆ ਕੋਮੇਟ ਦੀ, ਹੈ ਨਾ, ਦਿਖਾਈ ਦੇ ਰਹੀ ਹੈ ਤੁਹਾਨੂੰ? ਇੱਧਰੋਂ ਤੁਹਾਨੂੰ ਲੱਗ ਰਿਹਾ ਵੀ ਇਹ ਇੱਕ ਸਟਾਰ ਆ, ਅਤੇ ਉਹਦੇ ਵਿੱਚੋਂ ਦੀ ਇਹ ਪੂਛ ਜਿਹੀ ਨਿਕਲ ਰਹੀ ਹੈ ਰੋਸ਼ਨੀ ਦੀ, ਹੈ ਨਾ। ਇਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਹ ਤਾਂ ਸਟਾਰ ਆ। ਅਸਲ ਦੇ ਵਿੱਚ ਫਿਰ ਇਹ ਆਪਾਂ ਕੀ ਪੜ੍ਹਿਆ ਇਹਨੂੰ? ਕੀ ਹੁੰਦੇ ਆ ਇਹ ਕੋਮੇਟ ਹੁੰਦੇ ਆ, ਹੈ ਨਾ। ਕਲੀਅਰ? ਹਾਂਜੀ, ਹੁਣ ਨੈਕਸਟ ਆ ਗਏ ਐਸਟਰੋਇਡਸ। ਹਾਂਜੀ, ਐਸਟਰੋਇਡਸ ਕੀ ਹੁੰਦੇ ਆ? ਛੋਟੇ ਗ੍ਰਹਿ, ਹੈ ਨਾ। ਐਕਸੈਪਟ ਪਲੈਨਟ ਦੇਰ ਆਰ ਆਲਸੋ ਸਮਾਲ ਪਲੈਨਟਸ ਦੋਜ਼ ਰਿਵੋਲਵ ਅਰਾਊਂਡ ਦ ਸਨ। ਦੀਜ਼ ਆਰ ਕੋਲਡ ਐਸਟਰੋਇਡਸ। ਹਾਂਜੀ, ਪਲੈਨਟਸ ਤੋਂ ਬਿਨਾਂ ਹੋਰ ਛੋਟੇ ਪਲੈਨਟਸ ਵੀ ਹੁੰਦੇ ਆ, ਹੈ ਨਾ। ਜਿਹੜੇ ਆਪਾਂ ਪੜ੍ਹੇ ਆ ਉਹਨਾਂ ਤੋਂ ਇਲਾਵਾ ਛੋਟੇ ਪਲੈਨਟਸ ਵੀ ਹੁੰਦੇ ਆ, ਜਿਹੜੇ ਕਿ ਸਨ ਦੇ ਆਲੇ ਦੁਆਲੇ ਘੁੰਮਦੇ ਆ, ਅਤੇ ਉਹਨਾਂ ਨੂੰ ਹੀ ਆਪਾਂ ਕੀ ਕਹਿ ਦਿੰਦੇ? ਐਸਟਰੋਇਡਸ, ਹੈ ਨਾ, ਛੋਟੇ ਗ੍ਰਹਿ। ਹਾਂਜੀ, ਨੈਕਸਟ ਆ ਗਿਆ ਮੀਟੀਅਰਸ ਐਂਡ ਮੀਟੀਓਰਾਈਟਸ। ਮੀਟੀਅਰਸ ਐਂਡ ਮੀਟੀਓਰਾਈਟਸ ਆਰ ਆਲਸੋ ਕਾਲਡ ਸ਼ੂਟਿੰਗ ਸਟਾਰਸ। ਠੀਕ ਹੈ, ਹੁਣ ਜਿਹੜੇ ਮੀਟੀਅਰਸ ਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ ਉਲਕਾ। ਉਲਕਾ ਜਾਂ ਉਲਕਾ ਪਿੰਡ ਜਿਹੜੇ ਹੁੰਦੇ ਆ, ਇਹਨਾਂ ਨੂੰ ਆਪਾਂ ਸ਼ੂਟਿੰਗ ਸਟਾਰ ਵੀ ਕਹਿ ਦਿੰਦੇ ਆ। ਯੂ ਮਸਟ ਹੈਵ ਸੀਨ ਐਬਰਪਟਲੀ ਫੋਲਿੰਗ ਸਟਾਰ, ਹੈ ਨਾ। ਕਹਿੰਦਾ ਕਿ ਤੁਸੀਂ ਕਦੀ ਕਦੀ ਆਕਾਸ਼ ਦੇ ਵਿੱਚ ਦੇਖਿਆ ਹੋਣਾ, ਹੈ ਨਾ, ਕਿ ਜਿਹੜੇ ਸਟਾਰ ਹੁੰਦੇ ਉਹ ਟੁੱਟਦੇ ਦਿਖਾਈ ਦਿੰਦੇ ਆਪਾਂ ਜਦੋਂ ਦੇਖਦੇ ਹਾਂ ਉਹਨਾਂ ਨੂੰ, ਕਿ ਜਿਸ ਤਰ੍ਹਾਂ ਲੱਗਦਾ ਕਿ ਕੋਈ ਸਟਾਰ ਟੁੱਟ ਕੇ ਗਿਰ ਰਿਹਾ ਨੀਚੇ। ਇਨ ਫੈਕਟ these are not actually stars but these are the scattered material in the solar system। ਅਤੇ ਅਸਲ ਵਿੱਚ ਕੀ ਹੁੰਦਾ? ਇਹ ਸਟਾਰਸ ਨਹੀਂ ਹੁੰਦੇ, ਤਾਰੇ ਨਹੀਂ ਹੁੰਦੇ। ਅਸਲ ਵਿੱਚ ਇਹ ਹੁੰਦਾ ਕੀ ਆ? ਸੋਲਰ ਸਿਸਟਮ ਦੇ ਵਿੱਚ ਜਿਹੜੇ ਖਿਲਰੇ ਹੋਏ ਕੋਈ ਪਦਾਰਥ ਹੁੰਦੇ ਆ ਨਾ,
ਇਹ ਉਹ ਹੁੰਦੇ ਆ। while moving around the sun, whenever the earth comes near the scattered matter, this matter enters speedily in the atmosphere of the earth। ਤੇ ਜਦੋਂ ਵੀ ਘੁੰਮਦੇ ਘੁੰਮਦੇ ਜਿਹੜੀ ਅਰਥ ਆ ਉਹ ਇਸ ਜਿਹੜਾ ਮਟੀਰੀਅਲ ਉੱਪਰ ਹੁੰਦਾ ਹੈ ਨਾ, ਮੈਟਰ ਹੁੰਦਾ, ਇਹ ਖਿਲਰੇ ਹੋਏ ਪਦਾਰਥ ਹੁੰਦੇ ਆ ਛੋਟੇ ਛੋਟੇ, ਉਹਨਾਂ ਦੇ ਨੇੜੇ ਆਉਂਦੀ ਆ। ਤੇ ਇਹ ਜਿਹੜੇ ਪਦਾਰਥ ਹੈਗੇ ਆ ਉਹ ਬਹੁਤ ਤੇਜ਼ੀ ਦੇ ਨਾਲ ਧਰਤੀ ਦਾ ਜਿਹੜਾ ਐਟਮੋਸਫੇਅਰ ਆ ਉਹਦੇ 'ਚ ਦਾਖਲ ਹੋ ਜਾਂਦੇ ਆ, ਹੈ ਨਾ। ਡਿਊ ਟੂ ਦਾ ਫ੍ਰਿਕਸ਼ਨ ਆਫ ਏਅਰ ਦਿਸ ਮੈਟਰ ਗੈਟਸ ਫਾਇਰ। ਹੁਣ ਜਦੋਂ ਇਹ ਧਰਤੀ ਦੇ ਐਟਮੋਸਫੇਅਰ ਦੇ ਵਿੱਚ ਐਂਟਰ ਹੋ ਜਾਂਦੇ ਆ, ਉਸ ਤੋਂ ਬਾਅਦ ਜਿਹੜੀ ਉੱਥੇ ਹਵਾ ਦੀ ਸ਼ਕਤੀ ਹੁੰਦੀ, ਗੁਰੂਤਾ ਸ਼ਕਤੀ ਹੁੰਦੀ ਆ, ਠੀਕ ਹੈ, ਜੇ ਰਗੜ ਹੁੰਦੀ ਆ ਹਵਾ ਦੀ, ਤਾਂ ਉਸ ਤੋਂ ਬਾਅਦ ਕੀ ਹੁੰਦਾ, ਜਿਹੜੀ ਹਵਾ ਦੀ ਰਗੜ ਹੁੰਦੀ ਆ, ਹੈ ਨਾ, ਉਹਦੇ ਨਾਲ ਇਹਨਾਂ ਨੂੰ ਕੀ ਹੋ ਜਾਂਦਾ, ਅੱਗ ਲੱਗ ਜਾਂਦੀ ਹੈ। ਤਾਂ ਦਿਸ ਮੈਟਰ ਗੈਟਸ ਫਾਇਰ, ਅੱਗ ਲੱਗ ਜਾਂਦੀ ਇਹਨਾਂ ਨੂੰ। ਐਜ਼ ਅ ਰਿਜ਼ਲਟ ਅ ਲਾਈਨ ਆਫ ਲਾਈਟ ਅਪੀਅਰਸ ਟ੍ਰੇਲਿੰਗ, these are called meteors। ਤੇ ਇਸ ਕਰਕੇ ਇਸ ਦੇ ਨਤੀਜੇ ਵਜੋਂ ਇੱਕ ਰੋਸ਼ਨੀ ਦੀ ਜਿਹੜੀ ਲਾਈਨ ਆ ਜਾਂ ਲਕੀਰ ਆ ਉਹ ਦਿਖਾਈ ਦਿੰਦੀ ਆ ਆਪਾਂ ਨੂੰ, ਠੀਕ ਹੈ। ਤੇ ਉਹਨਾਂ ਨੂੰ ਕੀ ਕਹਿ ਦਿੰਦੇ ਆਪਾਂ, ਮੀਟੀਅਰਸ। ਓਕੇ, ਹਾਂਜੀ, ਨੈਕਸਟ ਕੀ ਆ ਗਿਆ, meteorites। the meteors that do not burn completely and they fall on the earth in hot solid form are called meteorites। ਹਾਂਜੀ, ਹੁਣ ਜਿਹੜੇ meteors ਜਿਹੜੇ ਕਿ ਪੂਰੀ ਤਰ੍ਹਾਂ ਨਾਲ ਨਹੀਂ ਜਲਦੇ, ਹੈ ਨਾ, ਤੇ ਉਹ ਐਜ਼ ਇਟ ਇਜ਼ ਹੀ ਹੌਟ ਫਾਰਮ ਦੇ ਵਿੱਚ ਹੀ, ਮਤਲਬ ਗਰਮ ਠੋਸ ਰੂਪ ਦੇ ਵਿੱਚ ਹੀ ਨੀਚੇ ਡਿੱਗ ਜਾਂਦੇ ਆ ਧਰਤੀ ਦੇ ਉੱਤੇ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ, ਮੀਟੀਓਰਾਈਟਸ, ਉਲਕਾ ਪਿੰਡ। ਦ ਮੀਟੀਓਰਾਈਟਸ ਕ੍ਰੀਏਟ ਮੇਜਰ ਕ੍ਰੈਟਰਸ ਇਨ ਦ ਅਰਥ। ਤੇ ਇਹ ਜਿਹੜੇ ਮੀਟੀਓਰਾਈਟਸ ਆ ਇਹ ਕੀ ਕਰਦੇ ਆ ਕਿ ਧਰਤੀ ਦੇ ਉੱਪਰ ਬਹੁਤ ਵੱਡੇ ਵੱਡੇ ਟੋਏ ਜਿਹੜੇ ਆ ਜਾਂ ਮੋਗੇ ਉਹ ਬਣਾ ਦਿੰਦੇ ਆ। ਦੈਟ ਇਜ਼ the crater of Arizona is formed due to the fall of a meteorite। ਤੇ ਜਿਹੜੀ ਇਹਦੀ ਐਗਜ਼ਾਮਪਲ ਹੈ ਆਪਾਂ ਦੇਖਦੇ ਹਾਂ, ਉਹ ਐਰੀਜ਼ੋਨਾ ਦਾ ਕ੍ਰੇਟਰ ਹੈਗਾ, ਠੀਕ ਹੈ। ਐਰੀਜ਼ੋਨਾ ਦਾ ਮੋਗਾ ਉਹਨੂੰ ਕਹਿ ਦਿੰਦੇ ਆ, ਜਿਹੜੇ ਕਿ ਇਸੇ ਤਰ੍ਹਾਂ ਇਹ ਮੀਟੀਓਰਾਈਟ ਹੀ ਹੈਗਾ, ਉਹਦੇ ਕਰਕੇ ਇਹ ਬਣਿਆ ਆ, ਠੀਕ ਹੈ। ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹਨੂੰ ਹੀ ਕਹਿ ਦਿੰਦੇ ਆਪਾਂ ਮੀਟੀਓਰਾਈਟ, ਉਲਕਾ ਪਿੰਡ। ਹਾਂਜੀ, ਨੈਕਸਟ ਆ ਗਿਆ ਆਪਣਾ ਟੌਪਿਕ ਦ ਅਰਥ, ਇਟਸ ਸ਼ੇਪ ਐਂਡ ਸਾਈਜ਼। ਹੁਣ ਆਪਣੀ ਧਰਤੀ, ਠੀਕ ਹੈ, ਉਹਦੀ ਸ਼ੇਪ ਕਿਸ ਤਰ੍ਹਾਂ ਦੀ ਜਾਂ ਸਾਈਜ਼ ਕਿਸ ਤਰ੍ਹਾਂ ਦਾ। ਦ ਅਰਥ ਵੇਅਰ ਵੀ ਲਿਵ ਇਜ਼ ਅ ਵੈਰੀ ਲਾਰਜ ਇਨ ਸਾਈਜ਼। ਹਾਂਜੀ, ਜਿਸ ਧਰਤੀ ਦੇ ਉੱਪਰ ਆਪਾਂ ਰਹਿੰਦੇ ਹਾਂ ਇਹ ਸਾਈਜ਼ ਦੇ ਵਿੱਚ, ਆਕਾਰ 'ਚ ਬਹੁਤ ਵੱਡੀ ਆ। ਐਕਚੁਅਲੀ ਵੀ ਕੈਨ ਸੀ ਓਨਲੀ ਅ ਪਾਰਟ ਆਫ ਇਟ, ਠੀਕ ਹੈ, ਇਹ ਬਹੁਤ ਵੱਡੀ ਆ, ਅਸਲ ਦੇ ਵਿੱਚ ਆਪਾਂ ਨੂੰ ਇਹਦਾ ਇੱਕੋ ਹੀ ਹਿੱਸਾ ਦਿਖਾਈ ਦਿੰਦਾ ਹੈ। ਦ ਸਾਇੰਟਿਸਟ ਹੈਵ ਟੇਕਨ ਫੋਟੋਗ੍ਰਾਫਸ ਆਫ ਅਰਥ ਇਨ ਸਪੇਸ। ਤੇ ਜਿਹੜੇ ਵਿਗਿਆਨੀ ਹੋਏ ਉਹਨਾਂ ਨੇ ਸਪੇਸ ਦੇ ਵਿੱਚੋਂ ਧਰਤੀ ਦੀਆਂ ਤਸਵੀਰਾਂ ਲਈਆਂ। ਇਨ ਦ ਫੋਟੋਗ੍ਰਾਫਸ ਟੇਕਨ ਫਰੋਮ ਸਪੇਸ ਯੂ ਵਿਲ ਸੀ ਦੈਟ ਅਰਥ ਇਜ਼ ਸਫੀਅਰ, ਠੀਕ ਹੈ। ਤੇ ਇਹਨਾਂ ਫੋਟੋਗ੍ਰਾਫਸ ਦੇ ਵਿੱਚ, ਇਹਨਾਂ ਫੋਟੋਆਂ ਦੇ ਵਿੱਚ ਜਿਹੜੀਆਂ ਸਪੇਸ ਤੋਂ ਖਿੱਚੀਆਂ ਗਈਆਂ, ਤੁਸੀਂ ਦੇਖੋਗੇ ਕਿ ਜਿਹੜੀ ਧਰਤੀ ਆ ਉਹਦਾ ਆਕਾਰ ਕਿਸ ਤਰ੍ਹਾਂ ਦਾ, ਉਹਦੀ ਸ਼ੇਪ ਕਿਸ ਤਰ੍ਹਾਂ ਦੀ ਆ, ਸਫੀਅਰ ਆ, ਗੋਲ ਆ ਉਹ, ਠੀਕ ਹੈ। ਦ ਅਰਥ ਰਿਵੋਲਵਸ ਅਰਾਊਂਡ ਦ ਸਨ ਐਂਡ ਦ ਮੂਨ ਰਿਵੋਲਵਸ ਅਰਾਊਂਡ ਦ ਸਨ। ਤੇ ਜਿਹੜੀ ਅਰਥ ਹੈਗੀ ਆ ਉਹ ਸਨ ਦੇ ਆਲੇ ਦੁਆਲੇ ਰਿਵੋਲਵ ਕਰਦੀ ਆ, ਘੁੰਮਦੀ ਆ। ਤੇ ਜਿਹੜਾ ਮੂਨ ਆ ਉਹ ਕਿਹਦੇ ਆਲੇ ਦੁਆਲੇ ਕਰਦਾ ਹੈ ਰਿਵੋਲਵ, ਅਰਥ ਦੇ ਆਲੇ ਦੁਆਲੇ, ਠੀਕ ਹੈ। ਡਿਊਰਿੰਗ ਦੇਅਰ ਰੈਵੋਲਿਊਸ਼ਨ when the earth comes in between the sun and the moon and the shadow of the earth falls on the moon is called lunar eclipse। ਤੇ ਫਿਰ ਕੀ ਹੁੰਦਾ, ਇਸ ਰੈਵੋਲਿਊਸ਼ਨ ਦੇ ਦੌਰਾਨ ਜਦੋਂ ਜਿਹੜੀ ਧਰਤੀ ਆ, ਠੀਕ ਹੈ, ਉਹ ਸੂਰਜ ਤੇ ਚੰਦਰਮਾ ਦੇ ਵਿਚਕਾਰ ਆ ਜਾਂਦੀ ਆ, ਤੇ ਜਿਹੜੀ ਧਰਤੀ ਦਾ ਪਰਛਾਵਾਂ ਆ ਉਹ ਕਾਹਦੇ ਉੱਤੇ ਪੈਣਾ ਸ਼ੁਰੂ ਹੋ ਜਾਂਦਾ, ਉਦੋਂ ਚੰਦ ਦੇ ਉੱਪਰ ਪੈਂਦਾ ਜਦੋਂ, ਠੀਕ ਹੈ। ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਲੂਨਰ ਐਕਲਿਪਸ, ਉਹਨੂੰ ਆਪਾਂ ਕਹਿ ਦਿੰਦੇ ਆ ਚੰਨ ਗ੍ਰਹਿਣ, ਠੀਕ ਹੈ। ਵੀ ਨੋ ਦੈਟ ਦ ਸ਼ੈਡੋ ਆਫ ਅਰਥ ਔਨ ਦ ਮੂਨ ਇਜ਼ ਸਰਕੂਲਰ ਇਨ ਸ਼ੇਪ। ਤੇ ਸਾਨੂੰ ਪਤਾ ਹੀ ਇਸ ਚੀਜ਼ ਦਾ ਵੀ ਕਿ ਜਿਹੜੀ ਧਰਤੀ ਦਾ ਪਰਛਾਵਾਂ ਜਦੋਂ ਉਹਦੇ 'ਤੇ ਪੈਂਦਾ ਨਾ ਚੰਦਰਮਾ 'ਤੇ, ਉਹਦਾ ਆਕਾਰ ਵੀ ਕਿਸ ਤਰ੍ਹਾਂ ਦਾ ਹੁੰਦਾ, ਉਹ ਗੋਲ ਹੁੰਦਾ, ਹੈ ਨਾ। ਦਿਸ ਆਲਸੋ ਪ੍ਰੂਵਸ ਦੈਟ ਦ ਅਰਥ ਇਜ਼ ਅ ਸਫੀਅਰ। ਤੇ ਉਹਦੇ ਤੋਂ ਵੀ ਆਪਾਂ ਨੂੰ ਪਤਾ ਲੱਗਦਾ ਕਿ ਜਿਹੜੀ ਧਰਤੀ ਆ ਉਹ ਕੀ ਆ, ਗੋਲ ਹੈਗੀ ਆ। ਹਾਂਜੀ, ਫਿਗਰ 1.7 ਅਰਥ ਫੋਟੋਗ੍ਰਾਫ ਟੇਕਨ ਫਰੋਮ ਦ ਸਪੇਸ। ਹਾਂਜੀ, ਇਹ ਆਪਣੀ ਅਰਥ ਦੀ ਪਿਕਚਰ ਹੈ ਜਿਹੜੀ ਕਿ ਉੱਪਰੋਂ ਲਈ ਗਈ ਆ, ਸਪੇਸ ਤੋਂ ਲਈ ਗਈ ਆ, ਠੀਕ ਹੈ। ਇਹਦੀ ਸ਼ੇਪ ਹੈ। Although it has been proven that the earth is like a big ball, but still it is not exactly like a ball।
हाँ जी, कहते कि भावें प्रूव हो चुका है, इस चीज़ की गल साबित हो चुकी है कि जिहड़ी अपनी धरती आ वो एक बॉल की तरह, वड्डी बॉल की तरह ही हैगी आ, है ना। पर फिर भी ये सेम एक गेंद की तरह नहीं हैगी। इट इज़ कंप्रैस्ड ऑन द पोल्स, क्योंकि ये जिहड़ी पोल्स के उपरों चपटी हुई आ। सच स्फीयर्स विच आर फ्लैट ऑन द टॉप एंड बॉटम आर कॉल्ड स्फेराइड। ते जिहड़े स्फीयर्स है ना टॉप तो ते बॉटम तो फ्लैट हैगे आ, उन्होंने ही आपां की कह दिंदे आ, स्फेराइड कह दिंदे आपां उन्हां नूं। ठीक है, चपटा गोला, इसीलिए आपां अपनी धरती नूं भी कहने आ आर अर्थ इज़ एन ऑबलेट स्फेराइड। ते साडा जिहड़ी साडी धरती आ उन्होंने भी फिर आपां एक चपटा गोला कह दिंदे आ। द नॉर्थ एंड साउथ एंड्स ऑफ द अर्थ वेयर इट इज़ फ्लैट इज़ कॉल्ड पोल। हाँ जी, अपनी नॉर्थ साइड जिहड़ी है धरती दी नॉर्थ एंड जां साउथ एंड जिहड़ा हैगा, ठीक है, जित्थों ये फ्लैट हैगी आ उहनूं आपां की कह दिंदे आ, पोल। पोल दा मतलब ध्रुव। नॉर्दर्न एंड इज़ कॉल्ड नॉर्थ पोल एंड साउदर्न एंड इज़ कॉल्ड साउथ पोल। ठीक है, जिहड़ा नॉर्दर्न एंड हैगा उत्तरी, ठीक है, उहनूं तां नॉर्थ पोल कह दिंदे आ, ते जिहड़ा साउथ वाली साइड ते हैगा उहनूं की कह दिंदे आ, साउथ पोल कह दिंदे आ। The imaginary line that passes through and joins the both ends, that is north and south, is called axis or axis। ते एक imaginary line, एक कल्पित रेखा जिहड़ी कि इन्हां दोनों पोल्स नूं आपस दे विच जोड़दी आ, है ना, नॉर्थ नूं साउथ दे नाल, उहनूं आपां की कह दिंदे आ, एक्सिस। उहनूं कह दिंदे आ आपां धुरा। ठीक है, द अर्थ's axis and imaginary line is not a straight but it makes an angle of 66 1/2 degree to its orbit। ठीक है, तो जिहड़ी अर्थ की एक्सिस है, जिहड़ा अपनी धरती का धुरा हैगा, ठीक है, जिहड़ी एक इमेजिनरी लाइन है, एक कल्पित रेखा आपां मन्नी हुई आ, ठीक है, वो स्ट्रेट नहीं हैगी, बिल्कुल सीधी नहीं हैगी, बल्कि वो 66 डिग्री के एंगल ते आ। ठीक है, वो 90 डिग्री के एंगल ते नहीं हैगी, वो 66 1/2 डिग्री के एंगल ते हैगी आ। ठीक है, अपने धुरे के दुआरे इत्थे घुमदी आ वो। ठीक है, तो जिहदे करके की हुंदा फिर दिन ते रात बनदे आ। हाँ जी, नैक्सट देखो एक्सिस और एक्सिस। इन फैक्ट एक्सिस इज़ नॉट अ हार्ड लाइन ऑन द अर्थ, इट इज़ एन इमेजिनरी लाइन। कि जिहड़ी हुण एक्सिस आ, है ना, वो की है कि असल दे विच एक कल्पित रेखा ही आ, जिहड़ी कि आपां मंनदे आ कि धरती तो एक ध्रुव तो दूजे ध्रुव तक सेंटर दे विचों लंघदी आ, है ना, धरती के सेंटर के विचों लंघदी आ, उहनूं आपां की कह दिंदे आ, एक्सिस। अगे आ गया इक्वेटर। इट इज़ एन इमेजिनरी लाइन दैट रनस ईस्ट टू वैसट इन द सेंटर ऑफ द अर्थ। तो जिहड़ा इक्वेटर आ, भूमध रेखा जिहनूं आपां पंजाबी च कह दिंदे आ, वो भी एक कल्पित लाइन हैगी आ, कल्पित रेखा हैगी आ, जिहड़ी कि की करदी आ, ईस्ट तो वैसट साइड नूं धरती के सेंटर दे विचों दो पार्ट दे विच धरती नूं डिवाइड करदी आ। ठीक है, दो बराबर हिस्सिਆਂ ਦੇ ਵਿੱਚ ਇਹ ਜਿਹੜਾ ਇਕੁਏਟਰ ਆ ਉਹ ਵੰਡ ਦਿੰਦਾ ਧਰਤੀ ਨੂੰ। ਠੀਕ ਹੈ, ਉਹਨੂੰ ਆਪਾਂ ਇਕੁਏਟਰ ਕਹਿ ਦਿੰਦੇ ਆ, ਜਿਹੜਾ ਕਿ ਈਸਟ ਤੋਂ ਵੈਸਟ ਦੇ ਵਿੱਚ ਨੂੰ ਵੰਡਦਾ ਆ। ਹਾਂਜੀ, ਨੈਕਸਟ ਆ ਗਿਆ ਹੁਣ ਸਾਈਜ਼। ਅਕੋਰਡਿੰਗ ਟੂ ਦ ਸਾਈਜ਼ਸ ਆਫ ਪਲੈਨਟਸ ਆਰ ਅਰਥ ਸਟੈਂਡਸ ਔਨ ਦ 5th ਪੋਜੀਸ਼ਨ। ਹਾਂਜੀ, ਹੁਣ ਆਕਾਰ ਦੇਖ ਲਓ ਆਪਣੀ ਧਰਤੀ ਦਾ ਕਿ ਜਿਸ ਤਰ੍ਹਾਂ ਪਲੈਨਟ ਦੇ ਆਕਾਰ ਹੈਗੇ ਆ, अपनी धरती का जोड़ा आकार आ, साइज़ जोड़ा हैगा वो किन्ने नंबर ते आउंदा, 5th नंबर ते आउंदा। इट इज़ स्मॉलर दैन जुपिटर एंड सैटर्न। तो यह यूपीटर ते सैटर्न दे नालों छोटी आ। इट्स डायमीटर ईस्ट टू वैसट इज़ 12,756 किलोमीटर वाइल इट्स सरकमफेरेंस इज़ 40,000 किलोमीटर। हाँ जी, हुण ये याद रखने वाली गल्लां आ कि जिहड़ा इहदा व्यास हैगा वो 12,756 किलोमीटर आ। ठीक है, तो जिहड़ा इहदा घेरा हैगा वो कितना आ, 40,000 किलोमीटर। ठीक है, इट्स डायमीटर ऑन द पोल्स नॉर्थ टू साउथ इज़ 12,712। तो जिहड़ा इहदा डायमीटर पोल्स दे उपर नॉर्थ टू साउथ है वो कितना हैगा, 12,712। ठीक है, 12,712 किलोमीटर। इट मीन्स दैट द डायमीटर ऑन पोल्स इज़ 44 किलोमीटर लैस दैन दैट ऑफ द डायमीटर ऑन द इक्वेटर। तो यदा मतलब की होया कि पोल्स के उपर जो यदा डायमीटर आ वो 44 किलोमीटर आ। ठीक है, जो कि इक्वेटर के नालों घट आ। ठीक है, कितना घट है, 44 किलोमीटर जोड़ा वो इक्वेटर नालों घट हैगा।
ठीक है। ये सी अपना फर्स्ट चैप्टर कंप्लीट हो गया। इनू रीड आउट कर लो। पॉइंट्स टू रिमैंबर दे विच भी सेम उही पॉइंट्स लिखे जिहड़ा आपां ऑलरेडी सारे चैप्टर दे विच पढ़े आ, ठीक है। इन्हां नूं पढ़ के चंगी तरह देख लो क्योंकि ये विचों भी शॉर्ट क्वेश्चनस बनणगे, ठीक है। इनू रीड आउट कर लो 7 दे 7 पॉइंट्स नूं। शॉर्ट क्वेश्चन भी आ सकते हैं, फिलअप्स वगैरह भी बन के आ सकती हैं, ठीक है। तो चंगी तरह चैप्टर रिवाइज कर लो। जो शॉर्ट क्वेश्चन कोशिश करो अंडरलाइन कर लो, मेन जिहड़ियां इहदे च इन्फॉर्मेशन आ उहनूं अंडरलाइन कर लो, ठीक है। तो उहनूं याद रखो। ओके, तो आपां नैक्सट वीडियो दे विच इन्हां चैप्टर्स दी जिहड़े क्वेश्चन आंसर है बुक एक्सरसाइज है वो करांगे, ठीक है। ओके स्टूडेंट, ऑल द वेरी बेस्ट। थैंक यू सो मच।